सत श्री अकाल दोस्तों, वैलकम टू डोरस्टैप एजुकेशन पॉइंट। उम्मीद करदा तुसी सब बहुत ही वधिया होने आ। अज दी क्लास विच पंचायती राज नाम दे पाठ नूं डिस्कस करन जा रहे हैं। ये क्लास तुहाडे PS टैट सी टैट एग्जाम लई काफ़ी इंपॉर्टेंट है एंड ये चैप्टर तुहाडी NCERT दी 6th क्लास दी पोलिटिकल साइंस की किताब विचों लिया गया लैसन हैगा। इस तो पहला आपां 4 क्लासेस बना चुके हैं जिहड़ियां कि ऑलरेडी अपने इस YouTube चैनल ते वो क्लासेस अवेलेबल हैगियां ने एंड एग्जाम ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਂ ਪਲੇਲਿਸਟ ਵੀ ਬਣਾ ਦਿੱਤੀ ਹੈਗੀ ਆ। ਸੋ ਇਨ ਫਿਊਚਰ ਜੇ ਕੋਈ ਇਹ ਕਲਾਸ ਲੇਟ ਵੇਖ ਰਿਹਾ ਤੇ ਉਹਨੂੰ ਵੀ ਕੋਈ ਸਮੱਸਿਆ ਨਹੀਂ ਆਊਗੀ ਕਿਉਂਕਿ ਸਾਰਾ ਜਿਹੜਾ ਕੰਟੈਂਟ ਹੈਗਾ ਆ ਇੱਕੋ ਥਾਂ ਤੇ ਤੁਹਾਨੂੰ ਅਵੇਲੇਬਲ ਕਰਵਾ ਦਿੱਤਾ ਜਾਏਗਾ। ਸੋ ਤੁਹਾਡਾ ਬਹੁਤਾ ਸਮਾਂ ਨਹੀਂ ਲੈਂਦੇ, ਕਲਾਸ ਦੀ ਸ਼ੁਰੂਆਤ ਕਰਦੇ ਹਾਂ। ਕਲਾਸ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਕਲਾਸਿਸ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਵੀ ਪ੍ਰੈਸ ਕਰ ਦਿਓ। ਆਪਣੇ ਪਾਠ ਦਾ ਕੀ ਨਾਮ ਹੈਗਾ ਆ? ਪੰਚਾਇਤੀ ਰਾਜ। ਪੰਚਾਇਤੀ ਰਾਜ ਪਾਠ ਵਿੱਚ ਆਪਾਂ ਪੜਾਂਗੇ ਕਿ ਜਿਹੜੀਆਂ ਪ੍ਰੋਸੀਡਿੰਗਸ ਹੁੰਦੀਆਂ ਨੇ ਵਿਲੇजेस ਦੇ ਵਿੱਚ, ਮੰਨ ਲਓ ਕੋਈ ਕੰਮ ਕਰਾਉਣਾ ਆ, ਕੋਈ ਸੜਕ ਬਣਾਉਣੀ ਆ, ਕੋਈ ਪਾਣੀ ਦੀ ਸਹੂਲਤਾਂ ਜਿਹੜੀਆਂ ਹੈਗੀਆਂ ਨੇ ਉਹ ਪ੍ਰੋਵਾਈਡ ਕਰਾਉਣੀਆਂ ਨੇ। ਤੇ ਜਿਹੜਾ ਇਹ ਸਾਰਾ ਸਿਸਟਮ ਤੁਹਾਨੂੰ ਵੇਖਣ ਨੂੰ ਮਿਲਦਾ ਹੈਗਾ ਆ, ਜਿਵੇਂ ਕਿ ਲੋਕ ਆਪਦੇ ਪੰਚ ਨੂੰ ਸਰਪੰਚ ਨੂੰ ਕਿਵੇਂ ਚੂਜ਼ ਕਰਦੇ ਨੇ। ਇਹ ਮੈਂ ਸ਼ਹਿਰਾਂ ਦੀ ਨਹੀਂ ਗੱਲ ਕਰ ਰਿਹਾ, ਆਪਾਂ ਅੱਜ ਗੱਲ ਕਰ ਰਹੇ ਹਾਂ ਸਿਰਫ ਪਿੰਡ ਵਾਲੇ ਜਿਹੜੇ ਇਲਾਕੇ ਹੁੰਦੇ ਨੇ ਉਹਨਾਂ ਥਾਵਾਂ ਦੀ ਕਿ ਜਿੱਥੇ ਸਰਪੰਚ ਵਗੈਰਾ ਚੁਣੇ ਜਾਂਦੇ ਨੇ, ਕਿਵੇਂ ਚੁਣੇ ਜਾਂਦੇ ਨੇ, ਲੋਕ ਆਪਦਾ ਕੰਮ ਕਿਵੇਂ ਕਰਾਉਂਦੇ ਨੇ, ਇਹ ਸਾਰਾ ਜਿਹੜਾ ਕੰਮ ਹੈਗਾ ਆ ਕਿਵੇਂ ਹੁੰਦਾ ਆ, ਪ੍ਰੋਸੈਸ ਕੀ ਹੈਗਾ ਆ, ਸਾਰੀਆਂ ਗੱਲਾਂ ਦੀ ਜਿਹੜੀ ਡਿਸਕਸ਼ਨ ਹੈਗੀ ਆ ਆਪਾਂ ਇਸ ਕਲਾਸ ਵਿੱਚ ਕਰਾਂਗੇ ਐਂਡ ਆਪਾਂ ਇੱਕ ਸਟੋਰੀ ਵੀ ਸਮਝਾਂਗੇ। ਇਸ ਸਟੋਰੀ ਦੀ ਹੈਲਪ ਨਾਲ ਆਪਾਂ ਸਮਝਾਂਗੇ ਕਿ ਕਿਸੇ ਵੀ ਪਿੰਡ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਕੰਮ ਹੈਗੇ ਆ ਉਹ ਕੀਤੇ ਜਾਂਦੇ ਆ। ਸਟੋਰੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਾਂ ਸਮਝ ਲੈਂਦੇ ਹਾਂ ਕਿ ਗ੍ਰਾਮ ਸਭਾ ਹੁੰਦੀ ਕੀ ਆ। ਵੈਸੇ ਆਪਾਂ ਸਟੋਰੀ 'ਚ ਕੀ ਸਮਝਾਂਗੇ ਕਿ ਇੱਕ ਜਿਹੜਾ ਪਿੰਡ ਹੈਗਾ ਸੀ ਉਹਦੇ ਵਿੱਚ ਹਜੇ ਨਵੀਆਂ ਸਮਝ ਲਓ ਇਲੈਕਸ਼ਨ ਹੋਈਆਂ ਸੀਗੀਆਂ। ਉਹਨਾਂ ਨੇ ਆਪ ਦਾ ਜਿਹੜਾ ਪ੍ਰਤੀਨਿਧੀ ਸੀਗਾ, ਜਿਹੜਾ ਨੁਮਾਇੰਦਾ ਸੀ ਉਹ ਚੁਣਿਆ ਸੀਗਾ। ਉਹ ਚੁਣਨ ਤੋਂ ਬਾਅਦ ਗ੍ਰਾਮ ਸਭਾ ਜਿਹੜੀ ਹੁੰਦੀ ਹੈ ਪਿੰਡ ਵਿੱਚ, ਉਹਨਾਂ ਦੀ ਪਹਿਲੀ ਮੀਟਿੰਗ ਹੁੰਦੀ ਹੈ ਚੋਣ ਤੋਂ ਬਾਅਦ। ਤੇ ਪਿੰਡ ਦੇ ਜਿਹੜੇ ਸਾਰੇ ਲੋਕ ਹੁੰਦੇ ਨੇ ਜੀ ਉਹ ਬੜੇ ਹੀ ਐਕਸਾਈਟਡ ਹੁੰਦੇ ਨੇ ਕਿ ਅੱਜ ਕੀ ਹੋਊਗਾ, ਅੱਜ ਆਪਣੇ ਪਿੰਡ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਪਲਾਨਸ ਹੈਗੇ ਆ ਜਾਂ ਫਿਰ ਜਿਹੜੇ ਪੰਚਾਇਤ ਦੇ ਮੈਂਬਰ ਹੈਗੇ ਨੇ ਉਹ ਪਿੰਡ ਲਈ ਕੀ ਯੋਜਨਾ ਉਹਨਾਂ ਨੇ ਬਣਾਈ ਹੋਈ ਆ। ਸੋ ਇਹਦੀ ਗੱਲ ਤਾਂ ਆਪਾਂ ਕਰਾਂਗੇ ਹੀ। ਪਹਿਲਾਂ ਆਪਾਂ ਸਮਝ ਲੈਂਦੇ ਹਾਂ ਕਿ ਗ੍ਰਾਮ ਸਭਾ ਹੁੰਦੀ ਕੀ ਹੈ। ਗ੍ਰਾਮ ਸਭਾ ਕਹਿ ਸਕਦੇ ਹਾਂ ਕਿ ਇੱਕ ਪਿੰਡ ਜਾਂ ਕੁਝ ਪਿੰਡ ਜਿਹੜੇ ਲੱਗਦੇ ਹੁੰਦੇ ਆ ਉਹਨਾਂ ਦੀ ਇਕੱਠੀ ਮੀਟਿੰਗ ਕਰਵਾਈ ਜਾਂਦੀ ਆ। ਇਹਦੇ ਵਿੱਚ ਜਿਹੜੇ ਅਡਲਟਸ ਹੁੰਦੇ ਨੇ, ਜਿਹੜੇ ਕਹਿ ਸਕਦੇ ਹਾਂ ਕਿ 18 ਸਾਲ ਜਾਂ 18 ਸਾਲ ਤੋਂ ਜਿਹੜੇ ਵੱਧਦੇ ਹੁੰਦੇ ਨੇ ਜੀ, ਅਡਲਟਸ ਜਿਹੜੇ ਹੁੰਦੇ ਨੇ, ਸਾਰੇ ਬਾਲਗਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਜੋ ਪੰਚਾਇਤ ਦੇ ਅਧੀਨ ਆਉਂਦੇ ਜਿਹੜੇ ਖੇਤਰ ਵਿੱਚ ਲੋਕ ਰਹਿੰਦੇ ਹੁੰਦੇ ਆ। ਮੰਨ ਲਓ ਜੇ ਕਿਸੇ ਦੀ ਪੰਚਾਇਤ ਹੈਗੀ ਆ ਤੇ ਉੱਥੇ ਪੰਚਾਇਤ ਦੇ ਵਿੱਚ ਆਉਂਦੇ ਖੇਤਰ ਜਿੰਨੇ ਵੀ ਹੋਣਗੇ, ਉਹਨਾਂ ਖੇਤਰਾਂ ਵਿੱਚ ਜਿੰਨੇ ਲੋਕ ਰਹਿ ਰਹੇ ਹੋਣਗੇ ਉਹ ਸਾਰੇ ਕੀ ਹੋਣਗੇ ਜੀ, ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਉਹਨੂੰ ਆਪਾਂ ਗ੍ਰਾਮ ਸਭਾ ਕਹਿ ਦਿੰਦੇ ਹਾਂ। ਗ੍ਰਾਮ ਸਭਾ ਦਾ ਕੌਣ ਮੈਂਬਰ ਹੋ ਸਕਦਾ ਹੈ? ਕੋਈ ਵੀ ਵਿਅਕਤੀ ਗ੍ਰਾਮ ਸਭਾ ਦਾ ਮੈਂਬਰ ਹੋ ਸਕਦਾ ਹੈ ਜਿਹੜਾ ਕਿ ਇੱਕ ਵੋਟਰ ਹੋਵੇ, ਵੋਟ ਪਾਉਣ ਵਾਲਾ ਬੰਦਾ ਹੋਵੇ ਤੇ 18 ਜਾਂ 18 ਸਾਲ ਤੋਂ ਵੱਧ ਉਹਦੀ ਉਮਰ ਹੋਣੀ ਚਾਹੀਦੀ ਹੈ। ਐਂਡ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵੋਟ ਕਿਹਦੀ ਬਣਦੀ ਹੈ? ਜਿਹਦੀ ਉਮਰ 18 ਸਾਲ ਹੋਵੇ ਜਾਂ ਫਿਰ 18 ਸਾਲ ਤੋਂ ਵੱਧ ਹੋਵੇ। ਜਿਹੜੀ ਪਿੰਡ ਦੀ ਪੰਚਾਇਤ ਹੁੰਦੀ ਹੈ, ਪਿੰਡ ਦੀ ਪੰਚਾਇਤ ਨੂੰ ਆਪਾਂ ਅੱਗੇ ਵਾਰਡਾਂ ਵਿੱਚ ਵੰਡ ਦਿੰਦੇ ਹਾਂ, ਜਿਹਨੂੰ ਤੁਸੀਂ ਛੋਟੇ ਖੇਤਰ ਕਹਿ ਸਕਦੇ ਹੋ। ਐਂਡ ਇਹ ਜਿਹੜੇ ਵਾਰਡ ਹੁੰਦੇ ਨੇ, ਇਹਨਾਂ ਵਾਰਡਾਂ ਦੇ ਵਿੱਚੋਂ ਜਿਹੜੇ ਪ੍ਰਤੀਨਿਧੀ ਹੁੰਦੇ ਨੇ, ਰਿਪਰੈਜ਼ੈਂਟੇਟਿਵਸ ਹੁੰਦੇ ਨੇ, ਉਹ ਚੁਣ ਕੇ ਆਉਂਦੇ ਆ। ਜਦੋਂ ਉਹ ਚੁਣ ਕੇ ਆਉਂਦੇ ਨੇ ਉਹਨਾਂ ਨੂੰ ਆਪਾਂ ਵਾਰਡ ਮੈਂਬਰ ਕਹਿ ਦਿੰਦੇ ਹਾਂ। ਵਾਰਡ ਮੈਂਬਰ ਜਾਂ ਫਿਰ ਆਪਾਂ ਉਹਨੂੰ ਪੰਚ ਵੀ ਕਹਿ ਦਿੰਦੇ ਆ। ਐਂਡ ਇਸ ਗ੍ਰਾਮ ਸਭਾ ਦੇ ਵਿੱਚ ਹੋਰ ਤੁਹਾਨੂੰ ਕੌਣ-ਕੌਣ ਵੇਖਣ ਨੂੰ ਮਿਲਦੇ ਹੈਗੇ ਆ? ਗ੍ਰਾਮ ਸਭਾ ਦੇ ਸਾਰੇ ਮੈਂਬਰਾਂ ਦੇ ਨਾਲ ਜਿਹੜਾ ਸਰਪੰਚ ਹੁੰਦਾ ਹੈ, ਜਿਹੜਾ ਕਿ ਚੁਣ ਕੇ ਆਇਆ ਹੁੰਦਾ, ਇਹਨੂੰ ਤਾਂ ਲੋਕਾਂ ਨੇ ਚੁਣਿਆ ਹੁੰਦਾ, ਜਿਹੜਾ ਸਰਪੰਚ ਚੁਣ ਕੇ ਆਇਆ ਹੁੰਦਾ, ਕਹਿ ਲਓ ਕਿ ਇਹਨੂੰ ਪੰਚਾਇਤ ਪ੍ਰਧਾਨ ਵੀ ਆਪਾਂ ਕਹਿੰਦੇ ਹਾਂ। ਪੰਚਾਇਤ ਪ੍ਰਧਾਨ ਇਹਨਾਂ ਨੂੰ ਕਿਹਾ ਜਾਂਦਾ ਹੈ। ਐਂਡ ਜਿਹੜੇ ਕਿ 5 ਸਾਲ ਦੀ ਟਰਮ ਲਈ ਚੁਣ ਕੇ ਆਏ ਹੁੰਦੇ ਆ। ਐਂਡ ਜਿਹੜੀ ਗ੍ਰਾਮ ਪੰਚਾਇਤ ਹੁੰਦੀ ਆ, ਗ੍ਰਾਮ ਪੰਚਾਇਤ ਦੇ ਵਿੱਚ ਤੁਹਾਨੂੰ ਇੱਕ ਸਕੱਤਰ ਵੀ ਵੇਖਣ ਨੂੰ ਮਿਲਦਾ। ਕੀ ਵੇਖਣ ਨੂੰ ਮਿਲਦਾ ਹੈ? ਸਕੱਤਰ, ਜਿਹਨੂੰ ਤੁਸੀਂ ਸੈਕਟਰੀ ਕਹਿ ਦਿੰਦੇ ਹੋ। ਇੱਕ ਤੁਹਾਨੂੰ ਸਕੱਤਰ ਵੇਖਣ ਨੂੰ ਮਿਲਦਾ ਹੈ। ਜਿਹੜੇ ਪੰਚ ਹੁੰਦੇ ਨੇ, ਸਰਪੰਚ ਹੁੰਦੇ ਨੇ, ਇਹਨਾਂ ਨੂੰ ਤਾਂ ਚਲੋ ਲੋਕਾਂ ਨੇ ਚੁਣਿਆ ਹੁੰਦਾ, ਬਟ ਜਿਹੜਾ ਇਹ ਸਕੱਤਰ ਬੰਦਾ ਹੈਗਾ ਨਾ, ਇਸ ਪਰਸਨ ਨੂੰ ਸਰਕਾਰ ਨੇ ਅਪੁਆਇੰਟ ਕੀਤਾ ਹੁੰਦਾ। ਡਾਇਰੈਕਟਲੀ ਇਹ ਅਪੁਆਇੰਟਡ ਪਰਸਨ ਹੁੰਦਾ ਆ, ਸਰਕਾਰ ਦੁਆਰਾ ਨਿਯੁਕਤ ਕੀਤਾ ਹੁੰਦਾ। ਇਹ ਇਲੈਕਟ ਹੋ ਕੇ ਨਹੀਂ ਆਇਆ ਹੁੰਦਾ। ਜਿਹੜਾ ਗ੍ਰਾਮ ਸਭਾ ਦਾ, ਜਿਹੜਾ ਤੁਹਾਨੂੰ ਗ੍ਰਾਮ ਪੰਚਾਇਤ ਦਾ ਜਿਹੜਾ ਸਕੱਤਰ ਵੇਖਣ ਨੂੰ ਮਿਲਦਾ ਹੈਗਾ ਆ, ਇਹ ਕੀ ਹੁੰਦਾ ਆ? ਇਹ ਸਰਕਾਰ ਦੁਆਰਾ ਨਿਯੁਕਤ ਕੀਤਾ ਜਾਂਦਾ ਆ, ਨਾ ਕਿ ਇਹ ਇਲੈਕਟ ਹੋ ਕੇ ਆਉਂਦਾ। ਤੇ ਜਿਹੜਾ ਸਕੱਤਰ ਹੁੰਦਾ ਆ, ਪੰਚਾਇਤ ਦੇ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਨੇ,
ਇਹਨਾਂ ਪੰਚਾਇਤ ਦੀਆਂ ਮੀਟਿੰਗਸ ਨੂੰ ਬੁਲਾਉਣ ਦਾ ਜਿਹੜਾ ਕੰਮ ਹੈਗਾ ਆ ਉਹ ਕਿਹਦੇ ਦੁਆਰਾ ਕੀਤਾ ਜਾਂਦਾ? ਸਕੱਤਰ ਦੁਆਰਾ ਕੀਤਾ ਜਾਂਦਾ। ਐਂਡ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਨੇ ਜਿਹੜੀਆਂ ਕਿ ਪ੍ਰੋਸੀਡਿੰਗਸ ਹੋ ਰਹੀਆਂ ਉਸ ਮੀਟਿੰਗ ਦੇ ਵਿੱਚ, ਉਹਨਾਂ ਦਾ ਜਿਹੜਾ ਰਿਕਾਰਡ ਰੱਖਣ ਦਾ ਕੰਮ ਹੈਗਾ ਆ ਉਹ ਸਕੱਤਰ ਦੁਆਰਾ ਹੀ ਕੀਤਾ ਜਾਂਦਾ। ਵੈਸੇ ਗੱਲ ਕਰਦੇ ਹਾਂ ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਦਾ, ਕਹਿ ਸਕਦੇ ਹਾਂ ਕਿ ਇਹਦੇ ਵਿੱਚ ਡਿਫਰੈਂਸ ਕੀ ਵੇਖਣ ਨੂੰ ਮਿਲਦਾ। ਗ੍ਰਾਮ ਸਭਾ ਦੇ ਵਿੱਚ ਪੰਚਾਇਤ ਮੈਂਬਰ ਵੀ ਆ ਜਾਂਦੇ ਆ, ਸਰਪੰਚ ਵੀ ਆ ਜਾਂਦਾ, ਜਿੰਨੇ ਵਾਰਡ ਮੈਂਬਰ ਹੁੰਦੇ ਆ ਸਾਰੇ ਆ ਜਾਂਦੇ ਆ। ਗ੍ਰਾਮ ਸਭਾ ਦੀ ਜੇ ਮੈਂ ਗੱਲ ਕਰਾਂ ਤੇ ਜਿੰਨੇ ਵੋਟਰ ਹੁੰਦੇ ਆ ਨਾ, ਸਾਰੇ ਜਿਹੜੇ ਵੋਟ ਪਾ ਰਹੇ ਆ, ਵੋਟਰ ਹੋ ਗਏ, ਗ੍ਰਾਮ ਪੰਚਾਇਤ ਦੇ ਜਿਹੜੇ ਮੈਂਬਰ ਹੋ ਗਏ, ਸਾਰੇ ਆ ਜਾਂਦੇ ਆ ਗ੍ਰਾਮ ਸਭਾ ਦੇ ਵਿੱਚ। ਬਟ ਜਦੋਂ ਆਪਾਂ ਗ੍ਰਾਮ ਪੰਚਾਇਤ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਸਿਰਫ ਸਰਪੰਚ ਤੇ ਵਾਰਡ ਮੈਂਬਰ, ਜਿਹਨੂੰ ਤੁਸੀਂ ਪੰਚ ਕਹਿ ਸਕਦੇ ਹੋ, ਸਿਰਫ ਉਹ ਸ਼ਾਮਿਲ ਹੁੰਦੇ ਹੈਗੇ ਆ। ਐਂਡ ਜਿਹੜਾ ਸਕੱਤਰ ਹੁੰਦਾ ਗ੍ਰਾਮ ਪੰਚਾਇਤ ਦਾ, ਇਹ ਇਲੈਕਟ ਹੋ ਕੇ ਨਹੀਂ ਆਉਂਦਾ, ਸਰਕਾਰ ਦੁਆਰਾ ਨਿਯੁਕਤ ਕੀਤਾ ਜਾਂਦਾ ਆ। ਤੇ ਜਿਹੜਾ ਸਕੱਤਰ ਹੁੰਦਾ ਆ, ਇਹਦੇ ਕਿਹੜੇ ਕਿਹੜੇ ਕੰਮ ਹੁੰਦੇ ਨੇ? ਇਸ ਸਕੱਤਰ ਦੇ ਪੰਚਾਇਤ ਦੀ ਮੀਟਿੰਗ ਬੁਲਾਉਣ ਦੇ ਕੰਮ ਹੁੰਦੇ ਆ, ਕਾਰਵਾਈ ਦਾ ਜਿਹੜਾ ਰਿਕਾਰਡ ਰੱਖਣ ਦਾ ਕੰਮ ਹੁੰਦਾ ਆ ਉਹ ਵੀ ਸਕੱਤਰ ਦਾ ਹੀ ਹੁੰਦਾ ਹੈਗਾ ਆ। ਹੁਣ ਆਪਾਂ ਸਟੋਰੀ ਸ਼ੁਰੂ ਕਰਦੇ ਹਾਂ ਕਿ ਇੱਕ ਪਿੰਡ ਦੇ ਵਿੱਚ ਨਵੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ, ਉਹਨਾਂ ਨੇ ਆਪਦੇ ਨਵੇਂ ਸਰਪੰਚ ਪੰਚ ਚੁਣੇ ਸੀਗੇ ਤੇ ਉਹਨਾਂ ਨੂੰ ਬੜੀ ਐਕਸਾਈਟਮੈਂਟ ਸੀਗੀ ਕਿ ਅੱਜ ਆਪਣੀ ਗ੍ਰਾਮ ਸਭਾ ਦੇ ਵਿੱਚ ਕਿਹੜੇ ਫੈਸਲੇ ਲਏ ਜਾਣੇ ਆ, ਚਰਚਾ ਜਿਹੜੀ ਹੋਣੀ ਆ, ਕਿਹੜੇ ਕਿਹੜੇ ਟੌਪਿਕਸ ਤੇ, ਕਿਹੜੇ ਕਿਹੜੇ ਮੁੱਦਿਆਂ ਤੇ, ਕਿਹੜੇ ਏਜੰਡਿਆਂ ਤੇ ਚਰਚਾ ਹੋਣੀ ਹੈਗੀ ਆ। ਸੋ ਸਾਰੇ ਹੀ ਮਤਲਬ ਕਾਲ ਦੇ ਵਿੱਚ ਗ੍ਰਾਮ ਸਭਾ ਦੇ ਵਿੱਚ ਪਹੁੰਚਣ ਦੇ ਲਈ ਤਿਆਰ ਹੋ ਰਹੇ ਸੀ। ਐਂਡ ਇਸ ਤੋਂ ਬਾਅਦ ਜਿਹੜਾ ਸਰਪੰਚ ਹੁੰਦਾ ਆ, ਜਿਹੜਾ ਕਿ ਪੰਚਾਇਤ ਦਾ ਮੈਂਬਰ ਕਹਿ ਲਓ ਤੁਸੀਂ, ਜਾਂ ਫਿਰ ਜਿਹੜਾ ਇਹਨਾਂ ਦਾ ਸਾਰਿਆਂ ਦਾ ਹੈੱਡ ਹੈਗਾ ਆ, ਇਹਨਾਂ ਦੇ ਦੁਆਰਾ ਜਿਹੜੀ ਸਭਾ ਹੈਗੀ ਆ ਸ਼ੁਰੂ ਕੀਤੀ ਜਾਂਦੀ ਆ। ਜਿਹੜਾ ਮੇਨ ਸਪੀਚ ਜਿਹੜੀ ਦਿੱਤੀ ਜਾਂਦੀ ਹੈ ਸਰਪੰਚ ਦੁਆਰਾ ਦਿੱਤੀ ਜਾਂਦੀ ਆ, ਇਹਦੇ ਵਿੱਚ ਸ਼ੁਰੂਆਤ ਹੁੰਦੀ ਹੈ ਜਿਹਦੇ ਵਿੱਚ ਡਿਸਕਸ਼ਨ ਚੱਲਦੀ ਆ ਸੜਕ ਦੀ ਮੁਰੰਮਤ ਲਈ। ਸੜਕ ਦੀ ਮੁਰੰਮਤ ਲਈ ਇਹ ਗੱਲਾਂ ਕਰਦੇ ਨੇ ਕਿ ਸੜਕ ਦੀ ਜਿਹੜੀ ਮੁਰੰਮਤ ਹੈਗੀ ਆ ਉਹ ਕਰਵਾਈ ਜਾਵੇ ਪਿੰਡ ਦੇ ਵਿੱਚ, ਕਿ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਸਮੱਸਿਆਵਾਂ ਹੋ ਰਹੀਆਂ ਆ। ਸੋ ਆਪਾਂ ਨੂੰ ਇਹਨਾਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ। ਸੋ ਜਦੋਂ ਇਹ ਡਿਸਕਸ਼ਨ ਖਤਮ ਹੋ ਜਾਂਦੀ ਹੈ, ਉਸ ਤੋਂ ਬਾਅਦ ਜਿਹੜੀ ਅਗਲੀ ਚਰਚਾ ਹੈਗੀ ਆ ਉਹ ਪਾਣੀ ਦੀ ਸ਼ਾਰਟੇਜ ਨੂੰ ਲੈ ਕੇ ਉਹਨਾਂ ਦੀ ਜਿਹੜੀ ਡਿਸਕਸ਼ਨ ਹੈਗੀ ਆ ਸ਼ੁਰੂਆਤ ਹੁੰਦੀ ਹੈ ਕਿ ਵੀ ਲੋਕਾਂ ਨੂੰ ਬੜੀਆਂ ਸਮੱਸਿਆਵਾਂ ਆ ਰਹੀਆਂ ਨੇ, ਗਰਾਊਂਡ ਲੈਵਲ ਘਟਦਾ ਜਾ ਰਿਹਾ ਤੇ ਸਾਡੇ ਘਰ ਦੀਆਂ ਜਿਹੜੀਆਂ ਫੀਮੇਲਸ ਨੇ, ਲੇਡੀਜ਼ ਨੇ, ਇਹਨਾਂ ਨੂੰ 3-3 ਕਿਲੋਮੀਟਰ ਤੱਕ ਜਾਣਾ ਪੈ ਰਿਹਾ। 3-3 ਕਿਲੋਮੀਟਰ ਤੱਕ ਔਰਤਾਂ ਨੂੰ ਟਰੈਵਲ ਕਰਨਾ ਪੈ ਰਿਹਾ, ਕਿਉਂਕਿ ਆਪਣੇ ਪਿੰਡ ਵਿੱਚ ਤਾਂ ਪਾਣੀ ਅਵੇਲੇਬਲ ਹੈ ਨਹੀਂ ਗਾ। ਪਾਣੀ ਦਾ ਲੈਵਲ ਜਿਹੜਾ ਪੱਧਰ ਹੈਗਾ ਆ ਥੱਲੇ ਜਾ ਰਿਹਾ। ਐਂਡ ਜਿਹੜੀਆਂ ਆਪਣੇ ਘਰ ਵਿੱਚ ਔਰਤਾਂ ਨੇ ਉਹਨਾਂ ਨੂੰ 3 ਕਿਲੋਮੀਟਰ ਤੱਕ ਟਰੈਵਲ ਕਰਨਾ ਪੈਂਦਾ ਆ। ਕਿੱਥੇ? ਇੱਕ ਸ਼ੁਰੂ ਨਾਮ ਦੀ ਨਦੀ ਹੈਗੀ ਆ, ਸ਼ੁਰੂ ਜਿਹੜੀ ਨਾਮ ਦੀ ਨਦੀ ਹੈਗੀ ਆ, ਉੱਥੇ ਜਿਹੜੀਆਂ ਫੀਮੇਲਸ ਨੇ ਉੱਥੇ ਜਾਂਦੀਆਂ ਨੇ, ਪਾਣੀ ਭਰ ਕੇ ਲਿਆਉਂਦੀਆਂ ਨੇ। ਫਿਰ ਉੱਥੇ ਇੱਕ ਹੋਰ ਜਿਹੜਾ ਮੈਂਬਰ ਹੈਗਾ ਆ, ਵੈਸੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ ਇਹ ਸਮਝਾਉਣ ਦੇ ਲਈ ਹੈਗੀਆਂ ਨੇ। ਐਂਡ ਇਹਨਾਂ ਚੀਜ਼ਾਂ ਤੋਂ ਡਾਇਰੈਕਟਲੀ ਕੁਐਸਚਨ ਨਹੀਂ ਬਣਦਾ, ਬਟ ਤੁਹਾਡੀ ਅੰਡਰਸਟੈਂਡਿੰਗ ਲਈ ਇਹ ਜਿਹੜੀ ਸਟੋਰੀ ਲਾਈਨ ਮੈਂ ਤੁਹਾਨੂੰ ਸੁਣਾ ਰਿਹਾ ਬੜੀ ਇੰਪੋਰਟੈਂਟ ਹੈਗੀ ਆ। ਹੋ ਸਕਦਾ ਤੁਹਾਡੇ ਵਿੱਚੋਂ ਕਾਫੀ ਸਾਰਿਆਂ ਨੂੰ ਇਹ ਨਾ ਪਤਾ ਹੋਵੇ ਕਿ ਪੰਚਾਇਤਾਂ ਦਾ ਜਿਹੜਾ ਕੰਮ ਹੈਗਾ ਆ ਉਹ ਕਿਵੇਂ ਹੁੰਦਾ, ਬਟ ਜਦੋਂ ਤੁਸੀਂ ਇਹ ਸਟੋਰੀ ਸੁਣੋਗੇ ਕਿ ਇਹ ਜਿਹੜੇ ਆਪਦੇ ਮੁੱਦੇ ਨੇ ਕਿਵੇਂ ਚੁੱਕ ਰਹੇ ਹੈਗੇ ਆ, ਕਿਵੇਂ ਇਹ ਕੰਮ ਕਰਦੇ ਆ, ਸੋ ਤੁਹਾਨੂੰ ਥੋੜੀ ਬਹੁਤ ਅੰਡਰਸਟੈਂਡਿੰਗ ਹੋਊਗੀ। ਸੋ ਇੱਕ ਜਿਹੜਾ ਮੈਂਬਰ ਹੈਗਾ ਆ, ਜਦੋਂ ਉਹਨਾਂ ਨੇ ਗੱਲ ਕਹੀ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਨੇ, ਤੇ ਉਹ ਇੱਕ ਜਿਹੜਾ ਮੈਂਬਰ ਹੋ ਗਿਆ ਖੜਾ ਹੋ ਗਿਆ, ਕਹਿੰਦਾ ਕਿ ਜਿਹੜੀ ਸੁਰੂ ਨਦੀ ਹੈਗੀ ਆ ਉਹਦਾ ਆਪਾਂ ਪਾਣੀ ਪੈਪ ਥਰੂ ਲੈ ਆਈਏ, ਫਿਰ ਇੱਥੇ ਇੱਕ ਆਪਾਂ ਟੈਂਕ ਬਣਵਾ ਦਿੰਨੇ, ਓਵਰਹੈੱਡ ਟੈਂਕ ਬਣਵਾ ਦਈਏ ਤੇ ਫਿਰ ਪਾਣੀ ਦੀ ਸਮੱਸਿਆ ਨਹੀਂ ਰਹਿਣੀ। ਬਟ ਫਿਰ ਇਹ ਜਿਹੜੇ ਅਦਰ ਮੈਂਬਰ ਸੀਗੇ ਉਹ ਕਹਿੰਦੇ ਕਿ ਨਹੀਂ ਯਾਰ, ਇਹ ਜਿਹੜਾ ਸਿਸਟਮ ਹੈਗਾ ਆ, ਜਦੋਂ ਆਪਾਂ ਇੰਨੀ ਵੱਡੀ ਪੈਪ ਪਾਵਾਂਗੇ ਤੇ ਇਹਦੇ ਨਾਲ ਨਾ ਖਰਚਾ ਬਹੁਤ ਹੋ ਜਾਊਗਾ, ਮਹਿੰਗਾ ਬੜਾ ਕੰਮ ਪੈ ਜਾਣਾ ਆ। ਸੋ ਜਿਹਦੇ ਕਰਕੇ ਇਹ ਰਹਿਣ ਦਿੰਨੇ, ਆਪਾਂ ਕੋਈ ਹੋਰ ਸੋਚਦੇ ਹਾਂ, ਕੋਈ ਹੋਰ ਤਰੀਕਾ ਲੱਭਦੇ ਹਾਂ। ਤੇ ਉਹ ਜਿਹੜੇ ਮੈਂਬਰ ਸੀਗੇ ਉਹਨਾਂ ਨੂੰ ਇਸ ਗੱਲ ਦੀ ਵੀ ਚਿੰਤਾ ਸੀਗੀ ਕਿ ਜਿਹੜਾ ਪਾਣੀ ਹੈਗਾ ਆ, ਪਾਣੀ ਦਾ ਜਿਹੜਾ ਪੱਧਰ ਹੈਗਾ ਆ ਉਹ ਥੱਲੇ ਘਟਦਾ ਜਾ ਰਿਹਾ, ਹੁਣ ਇਹਦਾ ਆਪਾਂ ਕਰੀਏ ਕੀ। ਤੇ ਇੱਕ ਹੋਰ ਜਿਹੜਾ ਮੈਂਬਰ ਸੀਗਾ, ਜਿਹੜਾ ਕਿ ਸ਼ਾਇਦ ਆਪਣੇ ਮਹਾਰਾਸ਼ਟਰ ਦੇ ਵਿੱਚ ਆਪਦੇ ਕਿਸੇ ਭਰਾ ਘਰੇ, ਚਾਚਾ ਘਰੇ ਗਿਆ ਸੀਗਾ, ਤੇ ਉਹ ਕਹਿੰਦਾ ਕਿ ਯਾਰ ਮੈਂ ਜਦੋਂ ਉੱਥੇ ਗਿਆ ਸੀ ਨਾ ਮਹਾਰਾਸ਼ਟਰ ਦੇ ਵਿੱਚ, ਤੇ ਉੱਥੇ ਕੰਜ਼ਰਵਿੰਗ ਵਾਟਰ, ਕਿ ਪਾਣੀ ਦੇ ਬਚਾਓ ਦੇ ਬਹੁਤ ਸਾਰੇ ਤਰੀਕੇ ਵੇਖੇ ਮੈਂ, ਤੇ ਉੱਧਰ ਵੀ ਇਹ ਜਿਹੜੇ ਲੋਕ ਨੇ ਅਪਣਾਉਂਦੇ ਹੈਗੇ ਆ। ਐਂਡ ਜਿਹੜਾ ਰਿਫਿਲਿੰਗ ਦਾ ਜਿਹੜਾ ਕੰਮ ਹੈਗਾ ਆ, ਜਿਵੇਂ ਕਿ ਗਰਾਊਂਡ ਲੈਵਲ ਵਧਾਉਣ ਲਈ ਆਪਾਂ ਰੀਚਾਰਜ ਕਰਦੇ ਹਾਂ, ਜਿਵੇਂ ਕਿ ਮੀਂਹ ਦਾ ਜਿਹੜਾ ਪਾਣੀ ਹੈਗਾ ਆ ਸਿੱਧਾ ਧਰਤੀ ਦੇ ਵਿੱਚ ਜਾਵੇ, ਕੁਝ ਇਸ ਤਰ੍ਹਾਂ ਆਪਾਂ ਸਕੀਮਾਂ ਨੂੰ ਫੋਲੋ ਕਰ ਸਕਦੇ ਹਾਂ, ਜਿਹਦੇ ਨਾਲ ਗਰਾਊਂਡ ਲੈਵਲ ਦਾ ਜਿਹੜਾ ਕਹਿ ਸਕਦੇ ਹਾਂ ਵਾਟਰ ਹੈਗਾ ਆ ਉਹ ਵੀ ਕੰਟਰੋਲ ਵਿੱਚ ਰਹੂਗਾ, ਬੈਲੈਂਸ ਰਹੂਗਾ, ਐਂਡ ਆਪਾਂ ਨੂੰ ਪਾਣੀ ਦੀ ਕਮੀ ਵੀ ਨਹੀਂ ਹੋਊਗੀ। ਐਂਡ ਸਰਕਾਰ ਇਹਨਾਂ ਕੰਮਾਂ ਲਈ ਪੈਸੇ ਵੀ ਦੇ ਰਹੀ ਆ। ਮਤਲਬ ਤੁਸੀਂ ਸਮਝ ਰਹੇ ਹੋ ਨਾ ਕਿ ਜਿਹੜੀ ਗ੍ਰਾਮ ਸਭਾ ਚੱਲ ਰਹੀ ਹੈ, ਇਹਦੇ ਵਿੱਚ
ਪੰਚਾਇਤ ਜਿਹੜੀ ਬੈਠੀ ਹੈਗੀ ਆ, ਜਿੰਨੇ ਵੀ ਇੱਥੇ ਲੋਕ ਹੈਗੇ ਆ ਗ੍ਰਾਮ ਸਭਾ ਦੇ ਵਿੱਚ, ਜਿੰਨੇ ਵੀ ਵੋਟਰ ਹੈਗੇ ਆ, ਵਾਰਡ ਮੈਂਬਰ ਹੈਗੇ ਆ, ਸਰਪੰਚ ਹੈਗਾ ਆ, ਇਹ ਸਾਰੀਆਂ ਗੱਲਾਂ ਦੀ ਜਿਹੜੀ ਡਿਸਕਸ਼ਨ ਇਹਨਾਂ ਦੁਆਰਾ ਕੀਤੀ ਜਾ ਰਹੀ ਹੈ। ਇੱਕ ਦੂਜੇ ਨੂੰ ਇਹ ਸਲਾਹਾਂ ਵੀ ਦੇ ਰਹੇ ਆ ਕਿ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਫਿਰ ਜਦੋਂ ਇਹ ਸਾਰੀ ਗੱਲ ਹੋ ਜਾਂਦੀ ਆ, ਫਿਰ ਕਹਿੰਦੇ ਕਿ ਆਪਾਂ ਕੋਈ ਗੱਲ ਨਹੀਂ, ਸ਼ਹਿਰ ਜਾ ਕੇ ਇਹਨਾਂ ਸਾਰੀਆਂ ਗੱਲਾਂ ਦੀ ਆਪਾਂ ਜਾਣਕਾਰੀ ਲੈ ਕੇ ਆਵਾਂਗੇ, ਫਿਰ ਅੱਗੇ ਜਿਹੜੀ ਕਾਰਵਾਈ ਹੈਗੀ ਆ ਉਹ ਕਰਾਂਗੇ। ਫਿਰ ਅਗਲੀ ਜਿਹੜੀ ਡਿਸਕਸ਼ਨ ਹੈਗੀ ਆ ਉਹ ਸ਼ੁਰੂਆਤ ਹੋ ਜਾਂਦੀ ਅਗਲੀ ਡਿਸਕਸ਼ਨ ਦੀ ਸ਼ੁਰੂਆਤ ਵਿੱਚ BPL ਦੀ ਗੱਲ ਕਰਦੇ ਆ। ਗਰੀਬੀ ਰੇਖਾ ਤੋਂ ਹੇਠਾਂ ਜਿਹੜੇ ਰਹਿਣ ਵਾਲੇ ਜਿਹੜੇ ਲੋਕ ਹੈਗੇ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਸਰਕਾਰ ਨੇ ਕੁਝ ਪੈਮਾਨੇ ਬਣਾਏ ਹੋਏ ਆ, ਜਿਸ ਦੇ ਅਕੋਰਡਿੰਗ ਕੋਈ ਪਰਸਨ ਗਰੀਬ ਹੈਗਾ ਤੇ ਉਹਦਾ ਜਿਹੜਾ BPL ਕਾਰਡ ਹੈਗਾ ਆ, ਫਿਰ BPL ਜਿਹੜੀ ਸੂਚੀ ਬਣਦੀ ਹੈਗੀ ਆ, ਲਿਸਟ ਹੁੰਦੀ ਆ, ਉਹਦੇ ਵਿੱਚ ਜੇ ਕਿਸੇ ਪਰਸਨ ਦਾ ਨਾਮ ਆ ਗਿਆ ਤੇ ਉਹਨੂੰ ਸਰਕਾਰ ਵੱਲੋਂ ਕੁਝ ਸਹੂਲਤਾਂ ਦਿੱਤੀਆਂ ਜਾਣਗੀਆਂ। ਹੋ ਸਕਦਾ ਉਹਨੂੰ ਕੁਝ ਅਨਾਜ ਦਿੱਤਾ ਜਾਵੇ, ਜਾਂ ਫਿਰ ਹੋ ਸਕਦਾ ਉਹਦੀ ਜਿਹੜੀ ਕੁਝ ਸਹਾਇਤਾ ਹੈਗੀ ਆ, ਮਦਦ ਹੈਗੀ ਆ, ਉਹ ਸਰਕਾਰ ਦੁਆਰਾ ਕੀਤੀ ਜਾਵੇ। ਸੋ BPL ਟੌਪਿਕ ਤੇ ਜਦੋਂ ਚਰਚਾ ਇਹਨਾਂ ਦੀ ਛਿੜਦੀ ਹੈ ਤੇ ਇਹਦੇ ਵਿੱਚ ਜਿਹੜੀ ਸੂਚੀ ਬਣਦੀ ਹੈ BPL ਕਾਰਡ ਦੇ ਵਿੱਚ, ਜਿੰਨੇ ਲੋਕਾਂ ਦੀ ਸੂਚੀ ਬਣਦੀ ਹੈ, ਇਹਨੂੰ ਪ੍ਰਵਾਨਗੀ ਵੀ ਦਿੱਤੀ ਜਾਂਦੀ ਹੈ। ਪ੍ਰਵਾਨਗੀ ਕਿਹਦੇ ਦੁਆਰਾ ਦਿੱਤੀ ਜਾਂਦੀ ਹੈ? ਇਸ ਗ੍ਰਾਮ ਸਭਾ ਦੁਆਰਾ, ਕਿ ਵੇਖ ਲਓ ਇਹਨਾਂ ਬੰਦਿਆਂ ਦੀ ਨਾਮ ਹੈਗੇ ਆ ਜਿਹੜੇ ਕਿ BPL ਦੇ ਵਿੱਚ ਆਉਂਦੇ ਹੈਗੇ ਆ। ਤੁਸੀਂ ਸਹਿਮਤ ਹੋ ਸਾਰੇ ਇਹਨਾਂ ਗੱਲਾਂ ਤੋਂ? ਮਤਲਬ ਉਹਨਾਂ ਦਾ ਅਪਰੂਵਲ ਚਾਹੀਦਾ ਹੁੰਦਾ, ਪ੍ਰਵਾਨਗੀ ਚਾਹੀਦੀ ਹੁੰਦੀ ਆ ਇਸ ਲਿਸਟ ਨੂੰ ਅੰਤਿਮ ਰੂਪ ਦੇਣ ਲਈ। ਤੇ ਜਦੋਂ ਇੱਥੇ ਚਰਚਾ ਇਹਨਾਂ ਦੀ ਸ਼ੁਰੂ ਹੁੰਦੀ ਹੈ, ਜਦੋਂ ਸ਼ੁਰੂ ਹੁੰਦੀ ਹੈ ਤੇ ਸਾਰੇ ਲੋਕ ਮਤਲਬ ਆਪਦੇ ਜਿਹੜੇ ਵਿਚਾਰ ਹੈਗੇ ਆ ਉਹ ਦਿੰਦੇ ਆ। ਤੇ ਇੱਕ ਮੈਂ ਪਰਸਨ ਦਾ ਨਾਮ ਦੱਸਦਾ ਜਿਹਦਾ ਨਾਮ ਹੁੰਦਾ ਨਟਵਰ ਦਾ ਜਿਹੜਾ ਨਾਮ ਹੈਗਾ ਆ ਉਹ BPL ਲਿਸਟ ਵਿੱਚ ਆਇਆ ਹੁੰਦਾ। ਮਤਲਬ ਵੈਸੇ ਜੇ ਵੇਖੀਏ ਨਟਵਰ ਨੂੰ, ਤੇ ਨਟਵਰ ਨੇ ਨਾ ਰੀਸੈਂਟਲੀ ਇੱਕ ਨਵਾਂ ਕਲਰ ਜਿਹੜਾ ਰੰਗੀਨ ਜਿਹੜਾ TV ਹੈਗਾ ਆ ਉਹ ਖਰੀਦਿਆ। ਜਿਹੜਾ TV ਉਹਨੇ ਖਰੀਦਿਆ ਆ ਤੇ ਉਹਦੇ ਮੁੰਡੇ ਨੇ ਵੀ ਉਹਨੂੰ ਇੱਕ ਨਵੀਂ ਜਿਹੜੀ ਬਾਈਕ ਹੈਗੀ ਆ, ਨਵਾਂ ਮੋਟਰਸਾਈਕਲ ਵੀ ਉਹਦੇ ਕੋਲ ਭੇਜਿਆ ਹੋਇਆ। ਤੇ ਤੁਸੀਂ ਆਪ ਸੋਚੋ, ਜਿਹੜੇ ਪਰਸਨ ਕੋਲ ਬਾਈਕ ਹੈਗੀ ਆ, ਰੀਸੈਂਟਲੀ ਉਹਨੇ ਨਵਾਂ ਕਲਰ TV ਖਰੀਦਿਆ ਆ, ਮਤਲਬ ਲੋਕਾਂ ਦੇ ਅਕੋਰਡਿੰਗ ਉੱਥੇ ਜਿਹੜੀ ਗ੍ਰਾਮ ਸਭਾ ਹੈਗੀ ਆ ਕਿ ਬਈ ਉਹ ਤਾਂ ਅਮੀਰ ਜਿਹਾ ਬੰਦਾ ਆ, ਉਹਦਾ ਜਿਹੜਾ BPL ਲਿਸਟ ਵਿੱਚ ਨਾਮ ਕਿਵੇਂ ਆ ਗਿਆ, ਕਿਉਂਕਿ ਕੀ ਉਹ ਡਿਜ਼ਰਵਿੰਗ ਹੈਗਾ ਆ। ਤੇ ਇਸ ਤੋਂ ਬਾਅਦ ਕੀ ਹੁੰਦਾ, ਇੱਕ ਬਿਰਜੂ ਨਾਮ ਦਾ ਵੀ ਇੱਥੇ ਪਰਸਨ ਤੁਹਾਨੂੰ ਵੇਖਣ ਨੂੰ ਮਿਲਦਾ ਪਿੰਡ ਵਿੱਚ। ਉਹਦੇ ਕੋਲ ਬਾਹਲੀਆਂ ਜ਼ਮੀਨਾਂ ਹੈਗੀਆਂ ਆ, ਬਹੁਤ ਜ਼ਿਆਦਾ ਜ਼ਮੀਨਾਂ ਹੋਣ ਕਰਕੇ ਕਹਿ ਲਓ ਕਿ ਉਹ ਪਾਵਰਫੁਲ ਬੰਦਾ ਹੈਗਾ ਆ, ਪਿੰਡ ਵਿੱਚ ਜ਼ਿਮੀਂਦਾਰ ਹੈਗਾ ਆ, ਤੇ ਉਹਦਾ ਨਾਮ ਵੀ BPL ਲਿਸਟ ਵਿੱਚ ਵੇਖਣ ਨੂੰ ਮਿਲਦਾ। ਉਹਦਾ ਨਾਮ ਕੀ ਸੀ? ਉਹਦਾ ਨਾਮ ਵੀ BPL ਲਿਸਟ ਵਿੱਚ ਹੈਗਾ ਸੀਗਾ। ਲੋਕ ਕਹਿ ਰਹੇ ਸੀ ਕਿ ਯਾਰ ਬਿਰਜੂ ਕੋਲ ਤਾਂ ਜ਼ਮੀਨ ਬਾਹਲੀ ਆ, ਉਹਦਾ ਨਾਮ ਕਿਵੇਂ ਆ ਗਿਆ ਇਸ ਲਿਸਟ ਵਿੱਚ? ਇਸੇ ਤਰ੍ਹਾਂ ਹੀ ਇੱਕ ਹੋਰ ਪਰਸਨ ਹੈਗਾ ਆ ਜਿਹਦਾ ਕੀ ਨਾਮ ਹੈਗਾ ਓਮ ਪ੍ਰਕਾਸ਼ ਇੱਕ ਗਰੀਬ ਮਜ਼ਦੂਰ ਹੈਗਾ ਆ, ਜਿਹਦੇ ਕੋਲ ਕੋਈ ਜ਼ਮੀਨ ਨਹੀਂ ਹੈਗੀ, ਬਟ ਉਹਦਾ ਨਾਮ BPL ਸੂਚੀ ਵਿੱਚ ਹੈ ਨਹੀਂਗਾ। ਹੁਣ ਤੁਸੀਂ ਵੇਖੋ ਬਿਰਜੂ ਤੇ ਨਟਵਰ ਜਿਹੜੇ ਕਿ ਠੀਕ ਠਾਕ ਹੈਗੇ ਆ ਘਰੋਂ, ਇਹਨਾਂ ਦਾ ਨਾਮ ਜਿਹੜਾ ਹੈਗਾ ਆ BPL ਵਿੱਚ ਹੋਣਾ ਚਾਹੀਦਾ। ਜਿੱਥੇ ਤੱਕ ਆਪਾਂ ਨੂੰ ਪਤਾ BPL ਵਿੱਚ ਸਿਰਫ ਗਰੀਬ ਲੋਕਾਂ ਦੇ ਨਾਮ ਹੁੰਦੇ ਆ, ਬਟ ਜਿਹੜਾ ਓਮ ਪ੍ਰਕਾਸ਼ ਹੈਗਾ ਆ ਇਹ ਤਾਂ ਵੈਲ ਡਿਜ਼ਰਵਿੰਗ ਪਰਸਨ ਹੈਗਾ, ਬਟ ਇਹਦਾ ਨਾਮ ਤਾਂ ਹੈ ਨਹੀਂਗਾ ਲਿਸਟ ਵਿੱਚ। ਇਹ ਜਿਹੜੇ ਬਿਰਜੂ ਤੇ ਨਟਵਰ ਹੈਗੇ ਆ ਇਹਨਾਂ ਦੋਨਾਂ ਦੇ ਨਾਮ ਹੈਗੇ ਆ, ਬਟ ਓਮ ਪ੍ਰਕਾਸ਼ ਦਾ ਹੈ ਨਹੀਂ, ਜਿਹੜਾ ਕਿ ਐਕਚੁਅਲ ਵਿੱਚ ਗਰੀਬ ਹੈਗਾ ਆ, ਇਹਦੇ ਕੋਲ ਕੋਈ ਜ਼ਮੀਨ ਵੀ ਹੈ ਨਹੀਂ, ਮਜ਼ਦੂਰੀ ਕਰਦਾ ਆ ਇਹ। ਤੇ ਜਿਹੜੇ ਇਹ ਗੱਲ ਵੇਖਣ ਨੂੰ ਮਿਲਦੀ ਆ ਤੇ ਲੋਕ ਆਪਸ ਵਿੱਚ ਨਾ ਗੱਲਾਂ ਕਰਨ ਲੱਗ ਗਏ, ਜਿਵੇਂ ਇੱਕ ਦੂਜੇ ਦੇ ਕੰਨ ਵਿੱਚ ਕਹਿਣਾ ਸ਼ੁਰੂ ਕਰਤਾ ਕਿ ਯਾਰ ਇਹ ਦੋਨੋਂ ਤਾਂ ਅਮੀਰ ਹੈਗੇ ਆ, ਇਹਨਾਂ ਦੋਨਾਂ ਦੇ ਕਾਰਡ ਕਿਵੇਂ ਬਣ ਗਏ? ਇਹ ਓਮ ਪ੍ਰਕਾਸ਼ ਦਾ ਤਾਂ ਬਣਿਆ ਨਹੀਂ। ਮਤਲਬ ਜਦੋਂ ਇਹ ਗੱਲ ਹੋ ਰਹੀ ਸੀਗੀ ਤੇ ਸਰਪੰਚ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਨੋਟਿਸ ਕਰ ਰਹੇ ਸੀ। ਤੇ ਜਿਹੜੇ ਨਟਵਰ ਤੇ ਜਿਹੜੇ ਬਿਰਜੂ ਹੈਗੇ ਆ, ਇਹ ਇੱਕ ਅਮੀਰ ਚੰਦ ਦੇ ਦੋਸਤ ਹੈਗੇ ਆ। ਕੀ ਹੈਗੇ ਆ? ਅਮੀਰ ਚੰਦ ਦੇ ਦੋਸਤ ਹੈਗੇ ਆ ਨਟਵਰ ਤੇ ਬਿਰਜੂ। ਅਮੀਰ ਚੰਦ ਕੌਣ ਆ? ਅਮੀਰ ਚੰਦ ਇੱਕ ਪਾਵਰਫੁਲ ਵਿਅਕਤੀ ਹੈਗਾ ਆ। ਅਮੀਰ ਚੰਦ ਕੀ ਹੈਗਾ ਆ? ਇੱਕ ਜ਼ਮੀਂਦਾਰ ਹੈ ਜਿਹੜਾ ਕਿ ਇੱਕ ਬਹੁਤ ਜ਼ਿਆਦਾ ਪਾਵਰਫੁਲ ਸ਼ਕਤੀਸ਼ਾਲੀ ਵਿਅਕਤੀ ਹੈਗਾ ਆ। ਐਂਡ ਜਦੋਂ ਇਹ ਚਰਚਾ ਚੱਲ ਰਹੀ ਹੁੰਦੀ ਆ ਤੇ ਸਰੋਜ ਨਾਮ ਦੀ ਇੱਕ ਜਿਹੜੀ ਫੀਮੇਲ ਹੈਗੀ ਆ ਉਹ ਖੜੀ ਹੋ ਜਾਂਦੀ। ਉਹ ਕਹਿੰਦੀ ਕਿ ਓਮ ਪ੍ਰਕਾਸ਼ ਨਾਮ ਦਾ ਜਿਹੜਾ ਵਿਅਕਤੀ ਹੈਗਾ ਆ ਉਹ ਤਾਂ ਬੜਾ ਗਰੀਬ ਆ, ਉਹਦਾ ਨਾਮ ਕਿਉਂ ਹੈ ਨਹੀਂਗਾ? ਜਿਹੜੀ BPL ਲਿਸਟ ਬਣਾਈ ਗਈ ਆ ਉਹਦਾ ਨਾਮ ਵੀ ਹੋਣਾ ਚਾਹੀਦਾ। ਤੇ ਸਰਪੰਚ ਕਹਿੰਦਾ ਕਿ ਗੱਲ ਤਾਂ ਠੀਕ ਹੈ। ਤੇ ਉਹਨੇ ਪੁੱਛਿਆ ਕਿ ਕਿਹੜੇ ਪਰਸਨ ਦੀ ਡਿਊਟੀ ਸੀਗੀ ਜਿਹਨੇ ਇਹ BPL ਕਾਰਡ ਬਣਾਉਣ ਦਾ ਜਿਹੜਾ ਕੰਮ ਹੈਗਾ ਆ ਸ਼ੁਰੂਆਤ ਕੀਤੀ ਸੀਗੀ, BPL ਲਿਸਟ ਵਿੱਚ ਨਾਮ ਲਿਆਉਣ ਦੀ ਸ਼ੁਰੂਆਤ ਕੀਤੀ ਸੀ, ਇਹ ਕੰਮ ਕਿਹਨੇ ਕੀਤਾ ਆ? ਫਿਰ ਉੱਥੇ ਕਿਸੇ ਪਰਸਨ ਨੇ ਕਿਹਾ ਕਿ ਜਦੋਂ ਉਹ ਓਮ ਪ੍ਰਕਾਸ਼ ਦੇ ਘਰੇ ਗਏ ਸੀਗੇ ਤੇ ਓਮ ਪ੍ਰਕਾਸ਼ ਦੇ ਘਰੇ ਜਿੰਦਰਾ ਲੱਗਿਆ ਹੋਇਆ ਸੀ, ਐਂਡ ਉਹ ਕਿਤੇ ਸ਼ਾਇਦ ਕੰਮ ਲੱਭਣ ਗਿਆ ਹੋਵੇ। ਤੁਸੀਂ ਹੁਣ ਵੇਖੋ ਕਿ ਇੰਨਾ ਨੀਡੀ ਜਿਹੜਾ ਪਰਸਨ ਹੈਗਾ ਆ ਉਹਦੇ ਘਰੇ ਜਿੰਦਰਾ ਲੱਗਿਆ ਹੋਇਆ ਸੀ, ਉਹ ਕੰਮ ਦੀ ਭਾਲ ਵਿੱਚ ਬਾਹਰ ਨਿਕਲਿਆ ਹੋਇਆ ਸੀ, ਜਿਹਦੇ ਕਰਕੇ ਕਹਿ ਲਓ ਕਿ ਉਹਦਾ BPL ਸੂਚੀ ਵਿੱਚ ਨਾਮ ਨਹੀਂ ਆਇਆ। ਬਟ ਜਿਹੜੇ ਕੈਂਡੀਡੇਟ ਡਿਜ਼ਰਵ ਹੀ ਨਹੀਂ ਕਰਦੇ ਸੀਗੇ, ਜਿਹੜੇ ਕਿ
ਅਸਲ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਸੀਗੀ ਉਹਨਾਂ ਦੇ BPL ਲਿਸਟ ਵਿੱਚ ਨਾਮ ਹੈਗੇ ਸੀ। ਸੋ ਇਸ ਤਰ੍ਹਾਂ ਦਾ ਕੁਝ ਜਿਹੜਾ ਸਿਸਟਮ ਹੈਗਾ ਆ ਆਪਣੇ ਪਿੰਡਾਂ ਵਿੱਚ ਵੀ ਆਮ ਵੇਖਣ ਨੂੰ ਮਿਲਦਾ ਹੋਏਗਾ। ਜਿਹੜੇ ਪਿੰਡਾਂ ਤੋਂ ਸੰਬੰਧ ਰੱਖਦੇ ਲੋਕ ਹੈਗੇ ਨੇ ਉਹ ਇਹਨਾਂ ਗੱਲਾਂ ਨੂੰ ਵਧੀਆ ਢੰਗ ਨਾਲ ਸਮਝ ਸਕਦੇ ਆ ਕਿ BPL ਕਾਰਡ ਦੇ ਵਿੱਚ ਜਿਹੜੇ ਪਾਵਰਫੁਲ ਵਿਅਕਤੀ ਹੁੰਦੇ ਆ ਕਈ ਵਾਰ ਉਹਨਾਂ ਕੋਲ ਕਾਫੀ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਬਟ ਫਿਰ ਵੀ ਉਹਨਾਂ ਦੇ BPL ਕਾਰਡ ਬਣ ਜਾਂਦੇ ਆ, BPL ਸੂਚੀ ਵਿੱਚ ਉਹਨਾਂ ਦੇ ਨਾਮ ਆ ਜਾਂਦੇ ਆ। ਬਟ ਬਾਕੀ ਜਿਹੜੇ ਲੋਕ ਹੁੰਦੇ ਨੇ ਜਿਵੇਂ ਕਿ ਕਈ ਵਾਰ ਉਹਨਾਂ ਨੂੰ ਡਰਾਵਾ ਵੀ ਦਿੱਤਾ ਜਾਂਦਾ ਕਿ ਤੁਹਾਡੇ ਜਿਹੜੇ BPL ਕਾਰਡ ਨੇ ਉਹ ਅਸੀਂ ਰੱਦ ਕਰਵਾ ਦਾਂਗੇ, ਫਿਰ ਤੁਹਾਨੂੰ ਕੋਈ ਸਹੂਲਤਾਂ ਨਹੀਂ ਮਿਲਣੀਆਂ। ਸੋ ਇਸ ਤਰ੍ਹਾਂ ਦੇ ਵੀ ਕਾਫੀ ਸਾਰੇ ਜਿਹੜੇ ਕੇਸਿਸ ਹੈਗੇ ਆ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ। ਫਿਰ ਸਰਪੰਚ ਨੇ ਕੀ ਹਦਾਇਤ ਦਿੱਤੀ? ਸਰਪੰਚ ਨੇ ਹਦਾਇਤ ਦਿੱਤੀ ਕਿ ਜੇਕਰ ਇਹ ਪਰਸਨ ਓਮ ਪ੍ਰਕਾਸ਼ ਦੀ ਵੇਖੋ ਆਮਦਨ ਕਿੰਨੀ ਹੈਗੀ ਆ ਪੂਰੇ ਸਾਲ ਦੀ, ਜੇਕਰ ਇਹ ਆਮਦਨ ਇਹਦੀ ਘੱਟ ਹੈਗੀ ਆ, ਸਾਰੀਆਂ ਯੋਗਤਾਵਾਂ ਪੂਰੀਆਂ ਕਰ ਰਿਹਾ BPL ਸੂਚੀ ਵਿੱਚ ਆਉਣ ਲਈ, ਸੋ ਇਹਦਾ ਜਿਹੜਾ BPL ਸੂਚੀ ਵਿੱਚ ਇਸ ਦਾ ਨਾਮ ਵੀ ਸ਼ਾਮਿਲ ਕੀਤਾ ਜਾਵੇ। ਇਹ ਸਰਪੰਚ ਨੇ ਹਦਾਇਤ ਦਿੱਤੀ। ਹੁਣ ਤੁਸੀਂ ਪ੍ਰੋਸੀਡਿੰਗ ਨੂੰ ਸਮਝਿਆ ਕਿਸ ਤਰ੍ਹਾਂ ਜਿਹੜਾ ਸਾਰਾ ਕੰਮ ਸੀਗਾ ਉਹ ਹੋਇਆ ਉਸ ਪਿੰਡ ਦੇ ਵਿੱਚ। ਵੈਸੇ ਗ੍ਰਾਮ ਸਭਾ ਦਾ ਮੇਨ ਕੰਮ ਕੀ ਹੈਗਾ ਆ? ਗ੍ਰਾਮ ਸਭਾ ਦਾ ਮੇਨ ਜਿਹੜਾ ਕੰਮ ਹੈਗਾ ਆ, ਜਿਹੜੀ ਪੰਚਾਇਤ ਹੁੰਦੀ ਆ, ਪੰਚਾਇਤ ਨੂੰ ਪੈਸੇ ਦੀ ਦੁਰਵਰਤੋਂ ਕਰਨ ਤੋਂ ਰੋਕਦੀ ਹੈਗੀ ਆ। ਸਾਰੇ ਲੋਕ ਜਦੋਂ ਇਕੱਠੇ ਹੋ ਜਾਣਗੇ ਉਹਨਾਂ ਨੇ ਸਲਾਹਾਂ ਦੇਣੀਆਂ ਆ ਕਿ ਤੁਸੀਂ ਇਹ ਕੰਮ ਇਸ ਤਰ੍ਹਾਂ ਕਰ ਸਕਦੇ ਹੋ। ਐਂਡ ਟਰਾਂਸਪੇਰੈਂਸੀ ਜਿਹੜੀ ਹੈਗੀ ਆ ਕਹਿ ਸਕਦੇ ਆ ਕੁਝ ਹੱਦ ਤੱਕ ਉਹ ਵੀ ਬਣੀ ਰਹਿੰਦੀ ਆ। ਐਂਡ ਜਿਹੜੇ ਪੈਸੇ ਦੀ ਦੁਰਵਰਤੋਂ ਹੁੰਦੀ ਆ ਉਹਨੂੰ ਰੋਕਣ ਦਾ ਜਿਹੜਾ ਕੰਮ ਹੈਗਾ ਆ ਗ੍ਰਾਮ ਸਭਾ ਦੁਆਰਾ ਕੀਤਾ ਜਾਂਦਾ। ਤੇ ਗ੍ਰਾਮ ਪੰਚਾਇਤ ਦਾ ਕੀ ਕੰਮ ਹੁੰਦਾ? ਪਹਿਲੀ ਗੱਲ ਤਾਂ ਇਹ ਰੈਗੂਲਰਲੀ ਮੀਟਿੰਗਸ ਕਰਦੇ ਰਹਿੰਦੇ ਆ। ਰੈਗੂਲਰ ਮੀਟਿੰਗਸ ਦੇ ਨਾਲ ਨਾਲ ਹੋਰ ਕੀ ਕੰਮ ਕਰਦੇ ਆ? ਇਹਨਾਂ ਦੇ ਅਧੀਨ ਜਾਂ ਫਿਰ ਇਹਨਾਂ ਦੇ ਅੰਡਰ ਜਿੰਨੇ ਵੀ ਪਿੰਡ ਆਉਂਦੇ ਹੈਗੇ ਆ ਉਹਨਾਂ ਦਾ ਜਿਹੜਾ ਪ੍ਰੋਗਰਾਮਾਂ, ਜਿਹੜੇ ਵਿਕਾਸ ਪ੍ਰੋਗਰਾਮ ਹੁੰਦੇ ਆ ਉਹਨਾਂ ਨੂੰ ਲਾਗੂ ਕਰਨ ਦਾ ਕੰਮ ਇਹਨਾਂ ਦੁਆਰਾ ਹੀ ਕੀਤਾ ਜਾਂਦਾ, ਗ੍ਰਾਮ ਪੰਚਾਇਤ ਦੁਆਰਾ। ਗ੍ਰਾਮ ਪੰਚਾਇਤ ਇਹਨਾਂ ਨੂੰ ਮਨਜ਼ੂਰੀ ਲੈਣੀ ਪੈਂਦੀ ਆ ਗ੍ਰਾਮ ਸਭਾ ਤੋਂ। ਹੁਣੇ ਆਪਾਂ ਵੇਖਿਆ ਸੀ ਨਾ ਕਿ ਗ੍ਰਾਮ ਸਭਾ ਨੇ ਮਨਜ਼ੂਰੀ ਕਿਸੇ ਕੰਮ ਨੂੰ ਦੇਣੀ ਹੈ ਕਿ ਸਾਰੇ ਇਕੱਠੇ ਹੋ ਜਾਣਗੇ, ਕਹਿਣਗੇ ਵੀ ਹਾਂ ਵੀ ਤੁਹਾਨੂੰ ਕਿਸੇ ਨੂੰ ਐਤਰਾਜ਼ ਤਾਂ ਨਹੀਂ ਜੇਕਰ ਆਪਾਂ ਇਹ ਕੰਮ ਕਰਵਾਈਏ, ਫਿਰ ਜਾ ਕੇ ਉਹ ਕੰਮ ਪੂਰਾ ਹੋਣਾ ਆ। ਭਾਵ ਇਹ ਗ੍ਰਾਮ ਪੰਚਾਇਤ ਦੇ ਜਿਹੜੇ ਵੀ ਕੰਮ ਕਰਵਾਏ ਜਾ ਰਹੇ ਆ ਇਹਨੂੰ ਗ੍ਰਾਮ ਸਭਾ ਦੀ ਮਨਜ਼ੂਰੀ ਲੈਣੀ ਪੈਂਦੀ ਹੈਗੀ ਆ। ਤੇ ਕੁਝ ਸਟੇਟਸ ਦੇ ਵਿੱਚ ਜਿਹੜੀਆਂ ਗ੍ਰਾਮ ਸਭਾ ਹੁੰਦੀਆਂ ਨੇ, ਗ੍ਰਾਮ ਸਭਾ ਕੁਝ ਕਮੇਟੀਜ਼ ਬਣਾ ਲੈਂਦੀਆਂ ਨੇ ਜਿਹੜੀਆਂ ਕਿ ਕਹਿ ਲਓ ਕਿ ਕੰਸਟਰਕਸ਼ਨ ਐਂਡ ਡਿਵੈਲਪਮੈਂਟ ਕਮੇਟੀਜ਼ ਇਹਨਾਂ ਦੁਆਰਾ ਬਣਾਈਆਂ ਜਾਂਦੀਆਂ ਨੇ। ਕੁਝ ਰਾਜਾਂ ਦੀ ਮੈਂ ਗੱਲ ਕਰ ਰਿਹਾ ਕਿ ਗ੍ਰਾਮ ਸਭਾ ਦੁਆਰਾ ਕੁਝ ਕਮੇਟੀਆਂ ਬਣਾ ਲਈਆਂ ਜਾਂਦੀਆਂ ਨੇ, ਕੰਸਟਰਕਸ਼ਨ ਐਂਡ ਡਿਵੈਲਪਮੈਂਟ ਕਮੇਟੀ। ਤੇ ਇਹਨਾਂ ਕਮੇਟੀਆਂ ਦੇ ਵਿੱਚ ਕੁਝ ਮੈਂਬਰ ਗ੍ਰਾਮ ਸਭਾ ਦੇ ਹੁੰਦੇ ਆ ਤੇ ਕੁਝ ਮੈਂਬਰ ਗ੍ਰਾਮ ਪੰਚਾਇਤ ਦੇ ਹੁੰਦੇ ਆ। ਹੋ ਸਕਦਾ ਇਹਨਾਂ ਨੇ ਕੋਈ ਇੱਕ ਸਪੈਸੀਫਿਕ ਕੰਮ ਕਰਨਾ ਹੋਵੇ ਜਿਹਦੇ ਕਰਕੇ ਕਿਸੇ ਖਾਸ ਕੰਮ ਕਰਨ ਲਈ ਇਹਨਾਂ ਦੋਨਾਂ ਨੂੰ ਇਕੱਠੇ ਆਉਣਾ ਪੈਂਦਾ ਹੈਗਾ ਆ। ਤੇ ਇੱਕ ਹੋਰ ਇੰਪੋਰਟੈਂਟ ਗੱਲ, ਇੱਕ ਨਿਰਮਲ ਗ੍ਰਾਮ ਪੁਰਸਕਾਰ ਦਿੱਤਾ ਜਾਂਦਾ। ਮੰਨ ਲਓ ਕਿਸੇ ਪਰਸਨ ਨੇ ਕਿਸੇ ਪਿੰਡ ਦੇ ਵਿੱਚ ਕਿਸੇ ਵਾਰਡ ਮੈਂਬਰ ਨੇ ਬੜਾ ਵਧੀਆ ਕੰਮ ਕੀਤਾ ਆ, ਸੋ ਉਸ ਪਰਸਨ ਨੂੰ ਨਿਰਮਲ ਗ੍ਰਾਮ ਪੁਰਸਕਾਰ ਦਿੱਤਾ ਜਾਂਦਾ। ਐਂਡ 2005 ਦੇ ਵਿੱਚ 2 ਮਹਾਰਾਸ਼ਟਰ ਦੇ ਪਿੰਡਾਂ ਦੇ ਪੰਚ ਨੂੰ ਵੀ ਇਹ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀਗਾ ਕਿ ਪੰਚਾਇਤ ਵਿੱਚ ਕੀਤੇ ਸ਼ਾਨਦਾਰ ਕੰਮ ਲਈ ਮਹਾਰਾਸ਼ਟਰ ਦੇ 2 ਪਿੰਡਾਂ ਦੇ ਪੰਚ 2005 ਦੇ ਵਿੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀਗਾ। ਕੁਐਸਚਨ ਫਰੇਮ ਹੋ ਸਕਦਾ ਕਿ ਨਿਰਮਲ ਗ੍ਰਾਮ ਪੁਰਸਕਾਰ ਕੀ ਹੁੰਦਾ? ਠੀਕ ਹੈ ਜੀ, ਸੋ ਤੁਸੀਂ ਸਮਝ ਗਏ ਹੋਣੇ ਆ ਕਿ ਪੰਚਾਇਤ ਵਿੱਚ ਕੀਤੇ ਸ਼ਾਨਦਾਰ ਕੰਮ ਲਈ ਇਹ ਜਿਹੜਾ ਅਵਾਰਡ ਹੈਗਾ ਆ, ਪੁਰਸਕਾਰ ਹੈਗਾ, ਇਹ ਦਿੱਤਾ ਜਾਂਦਾ। ਗੱਲ ਕਰਦੇ ਹਾਂ ਗ੍ਰਾਮ ਪੰਚਾਇਤ ਦੇ ਹੋਰ ਕਿਹੜੇ-ਕਿਹੜੇ ਕੰਮ ਹੁੰਦੇ ਨੇ। ਗ੍ਰਾਮ ਪੰਚਾਇਤਾਂ ਦੇ ਕੰਮ ਦੀ ਗੱਲ ਕਰੀਏ ਤੇ ਪਾਣੀ ਦੇ ਜਿਹੜੇ ਸੋਰਸਸ ਹੁੰਦੇ ਨੇ, ਪਾਣੀ ਦੇ ਸਰੋਤਾਂ, ਸੜਕਾਂ, ਡਰੇਨੇਜ, ਸਕੂਲ ਦੀਆਂ ਇਮਾਰਤਾਂ ਅਤੇ ਹੋਰ ਸਾਂਝੇ ਸੰਪत्ति ਦੇ ਸਰੋਤਾਂ ਦਾ ਨਿਰਮਾਣ ਕਰਨਾ ਅਤੇ ਰੱਖ ਰਖਾਵ ਕਰਨਾ, ਇਹ ਜਿਹੜੇ ਕੰਮ ਹੈਗੇ ਆ ਗ੍ਰਾਮ ਪੰਚਾਇਤ ਦੇ ਇਹ ਕੰਮ ਹੈਗੇ ਆ। ਤੇ ਗ੍ਰਾਮ ਪੰਚਾਇਤ ਨੂੰ ਅਪਰੂਵਲ ਕਿਹਦੇ ਤੋਂ ਲੈਣਾ ਪੈਂਦਾ? ਗ੍ਰਾਮ ਸਭਾ ਤੋਂ। ਤੇ ਦੂਜੀ ਗੱਲ ਵੇਖੋ, ਸਥਾਨਕ ਜਿਹੜਾ ਟੈਕਸ ਹੁੰਦਾ ਆ, ਲੋਕਲ ਟੈਕਸ ਲਗਾਉਣਾ ਅਤੇ ਇਕੱਠਾ ਕਰਨ ਦਾ ਜਿਹੜਾ ਕੰਮ ਹੈਗਾ ਆ ਇਹ ਵੀ ਗ੍ਰਾਮ ਪੰਚਾਇਤ ਦੁਆਰਾ ਹੀ ਕੀਤਾ ਜਾਂਦਾ ਹੈ। ਤੀਜੇ ਨੰਬਰ ਤੇ ਹੈ ਪਿੰਡ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਨਾਲ ਸੰਬੰਧਿਤ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਦਾ ਕੰਮ ਕਿਹਦੇ ਦੁਆਰਾ ਕੀਤਾ ਜਾਂਦਾ? ਇਹ ਵੀ ਗ੍ਰਾਮ ਪੰਚਾਇਤ ਦਾ ਹੀ ਕੰਮ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਦੁਬਾਰਾ ਤੋਂ ਮੈਂ ਰਿਪੀਟ ਕਰ ਦਿੰਦਾ, ਪਾਣੀ ਦੇ ਸਰੋਤਾਂ, ਸੜਕਾਂ, ਡਰੇਨੇਜ, ਸਕੂਲ ਦੀਆਂ ਇਮਾਰਤਾਂ ਅਤੇ ਹੋਰ ਸਾਂਝੀ ਸੰਪत्ति ਦੇ ਸਰੋਤਾਂ ਦਾ ਨਿਰਮਾਣ ਅਤੇ ਰੱਖ ਰਖਾਵ ਕਰਨ ਦਾ ਜਿਹੜਾ ਕੰਮ ਹੈਗਾ ਗ੍ਰਾਮ ਪੰਚਾਇਤ ਦੁਆਰਾ ਕੀਤਾ ਜਾਂਦਾ। ਸਥਾਨਕ ਟੈਕਸ ਲਗਾਉਣ ਦਾ ਕੰਮ ਕੀਤਾ ਜਾਂਦਾ ਐਂਡ ਇਕੱਠਾ ਕਰਨ ਦਾ ਕੰਮ ਕੀਤਾ ਜਾਂਦਾ ਐਂਡ ਪਿੰਡ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਨਾਲ ਸੰਬੰਧਿਤ ਸਰਕਾਰੀ ਸਕੀਮਾਂ ਨੂੰ ਲਾਗੂ ਕਰਨਾ, ਇਹ ਕੰਮ ਗ੍ਰਾਮ ਪੰਚਾਇਤ ਦੁਆਰਾ ਕੀਤੇ ਜਾਂਦੇ ਨੇ। ਹੁਣ ਜਿਹੜੇ ਪੰਚਾਇਤ ਹੈਗੀ ਹੈ ਇਹਦੇ ਲਈ ਜਿਹੜਾ ਫੰਡਾਂ ਦੇ ਜਿਹੜੇ ਸਰੋਤ ਹੈਗੇ ਆ, ਪੈਸੇ ਤਾਂ ਕਿੱਥੋਂ ਆਉਂਦੇ ਹੀ ਹੋਣੇ ਆ, ਇਹ ਸਾਰੇ ਕੰਮ ਹੋਣਗੇ ਕਿਵੇਂ? ਕਲੈਕਸ਼ਨ ਆਫ ਟੈਕਸਿਸ
ਜਿਹੜਾ ਤੁਹਾਨੂੰ ਕਰ ਇਕੱਠਾ ਕੀਤਾ ਜਾਂਦਾ ਆ, ਜਿਹੜੇ ਕਿ ਘਰ ਹੁੰਦੇ ਨੇ ਮਾਰਕੀਟ ਦੇ ਵਿੱਚ, ਜਿਹੜੀਆਂ ਥਾਵਾਂ ਹੁੰਦੀਆਂ ਨੇ ਉਹਨਾਂ ਥਾਵਾਂ ਤੋਂ ਕਹਿ ਲਓ ਕਿ ਜਿਹੜੇ ਕਰ ਹੈਗੇ ਆ, ਟੈਕਸ ਹੈਗੇ ਆ, ਉਹ ਇਕੱਠੇ ਕੀਤੇ ਜਾਂਦੇ। ਇਹ ਵੀ ਪੰਚਾਇਤ ਦਾ ਫੰਡਾਂ ਦਾ ਮੁੱਖ ਸਰੋਤ ਹੈਗਾ ਆ। ਕੁਝ ਸਰਕਾਰੀ ਸਕੀਮਾਂ ਹੁੰਦੀਆਂ ਨੇ, ਸਰਕਾਰੀ ਸਕੀਮਾਂ ਦੇ ਜਿਹੜੇ ਫੰਡ ਹੁੰਦੇ ਨੇ, ਜਨਪਦ, ਜ਼ਿਲ੍ਹਾ ਪੰਚਾਇਤ, ਮਤਲਬ ਇਹਨਾਂ ਥਰੂ ਵੀ ਕੀ ਕਰਦੇ ਹੈਗੇ ਆ, ਇਹ ਵੀ ਪੈਸੇ ਜਿਹੜੇ ਹੈਗੇ ਆ ਇਹ ਵੀ ਪੰਚਾਇਤ ਦੇ ਫੰਡਾਂ ਦਾ ਸਰੋਤ ਹੈਗਾ ਆ। ਤੇ ਕੁਝ ਡੋਨੇਸ਼ਨਸ ਵੀ ਆ ਜਾਂਦੀਆਂ ਨੇ। ਕਮਿਊਨਿਟੀ ਜਿਹੜੇ ਵਰਕਸ ਹੁੰਦੇ ਨੇ, ਕਮਿਊਨਿਟੀ ਕੰਮ ਦੇ ਲਈ ਕੁਝ ਇਹਨਾਂ ਨੂੰ ਦਾਨ ਵਗੈਰਾ ਵੀ ਲੋਕਾਂ ਦੁਆਰਾ ਜਾਂ ਫਿਰ ਜਿਹਦੇ ਦੁਆਰਾ ਵੀ ਡੋਨੇਸ਼ਨ ਜਿਹੜੀਆਂ ਆ ਜਾਂਦੀਆਂ ਨੇ, ਇਹਨਾਂ ਦਾ ਕਹਿ ਲਓ ਕਿ ਇਹ ਵੀ ਇੱਕ ਮੇਨ ਸੋਰਸ ਹੈਗਾ ਆ ਇਹਨਾਂ ਦੇ ਫੰਡ ਦਾ, ਪੰਚਾਇਤ ਦਾ। ਤੇ ਤੁਹਾਨੂੰ 3 ਲੈਵਲਸ ਆਫ ਪੰਚਾਇਤ ਦੀ ਇੱਥੇ ਗੱਲ ਕੀਤੀ ਗਈ ਆ। ਐਂਡ ਇਹ 3 ਲੈਵਲਸ ਕਿਹੜੇ ਵੇਖਣ ਨੂੰ ਮਿਲਦੇ ਹੈਗੇ ਆ? ਸਭ ਤੋਂ ਪਹਿਲਾਂ ਆ ਗਿਆ ਜੀ ਪਿੰਡ ਦੀ ਪੰਚਾਇਤ, ਵਿਲੇਜ ਪੰਚਾਇਤ। ਉਸ ਤੋਂ ਬਾਅਦ ਆ ਗਿਆ ਬਲਾਕ ਦੀ ਪੰਚਾਇਤ। ਬਲਾਕ ਦੀ ਪੰਚਾਇਤ ਤੋਂ ਬਾਅਦ ਤੁਹਾਨੂੰ ਜਿਹੜੀ ਲਾਸਟ ਤੇ ਵੇਖਣ ਨੂੰ ਮਿਲਦੀ ਹੈ ਉਹ ਹੁੰਦੀ ਹੈ ਜੀ ਡਿਸਟ੍ਰਿਕਟ ਪੰਚਾਇਤ, ਜਿਹਨੂੰ ਤੁਸੀਂ ਜ਼ਿਲ੍ਹਾ ਪਰਿਸ਼ਦ ਵੀ ਕਹਿ ਸਕਦੇ ਹੋ। ਪੰਚਾਇਤੀ ਰਾਜ ਪ੍ਰਣਾਲੀ ਲੋਕਤੰਤਰੀ ਸਰਕਾਰ ਦਾ ਪਹਿਲਾ ਪੱਧਰ ਹੈਗਾ ਆ। ਐਂਡ ਇਸ ਦੇ ਥਰੂ ਹੀ ਜਿਹੜੇ ਲੋਕ ਨੇ ਪਾਰਟਿਸਿਪੇਟ ਕਰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ। ਪੰਚਾਇਤੀ ਰਾਜ ਪ੍ਰਣਾਲੀ ਵਿੱਚ ਲੋਕਾਂ ਦੀ ਭਾਗੀਦਾਰੀ ਦਾ ਇਹ ਵਿਚਾਰ 2 ਹੋਰ ਪੱਧਰਾਂ ਤੱਕ ਫੈਲਿਆ ਹੋਇਆ ਹੈ। ਕਿਹੜੇ ਪੱਧਰ ਨੇ ਜੀ? ਇੱਕ ਤਾਂ ਹੋ ਗਿਆ ਜੀ ਬਲਾਕ ਪੱਧਰ, ਪਿੰਡ ਦੀ ਆਪਾਂ ਗੱਲ ਕਰ ਲਈ ਸੀਗੀ। ਉਸ ਤੋਂ ਬਾਅਦ ਆ ਗਿਆ ਜੀ ਬਲਾਕ ਪੱਧਰ, ਜਨਪਦ ਪੰਚਾਇਤ ਜਾਂ ਪੰਚਾਇਤ ਸਮਿਤੀ ਵੀ ਆਪਾਂ ਇਹਨੂੰ ਕਹਿ ਦਿੰਦੇ ਆ। ਬਲਾਕ ਪੱਧਰ ਨੂੰ ਤੁਸੀਂ ਜਨਪਦ ਪੰਚਾਇਤ ਜਾਂ ਪੰਚਾਇਤ ਸਮਿਤੀ ਵੀ ਕਹਿ ਦਿੰਦੇ ਹੋ। ਪੰਚਾਇਤ ਸਮਿਤੀ ਦੇ ਅਧੀਨ ਕਈ ਗ੍ਰਾਮ ਪੰਚਾਇਤਾਂ ਆਉਂਦੀਆਂ ਨੇ। ਪੰਚਾਇਤ ਸਮਿਤੀ ਦੇ ਅਧੀਨ ਕੁਝ ਗ੍ਰਾਮ ਪੰਚਾਇਤਾਂ ਆਉਂਦੀਆਂ ਨੇ। ਐਂਡ ਪੰਚਾਇਤ ਸਮਿਤੀ ਤੋਂ ਉੱਪਰ ਕੌਣ ਹੁੰਦਾ ਹੈ? ਪੰਚਾਇਤ ਸਮਿਤੀ ਤੋਂ ਉੱਪਰ ਜੇ ਆਪਾਂ ਗੱਲ ਕਰੀਏ ਉਹ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਜੀ ਜ਼ਿਲ੍ਹਾ ਪੰਚਾਇਤ ਜਾਂ ਜ਼ਿਲ੍ਹਾ ਪਰਿਸ਼ਦ। ਜ਼ਿਲ੍ਹਾ ਪੰਚਾਇਤ ਜਾਂ ਜ਼ਿਲ੍ਹਾ ਪਰਿਸ਼ਦ। ਤੇ ਜ਼ਿਲ੍ਹਾ ਪਰਿਸ਼ਦ ਜਿਹੜੀ ਤੁਹਾਨੂੰ ਵੇਖਣ ਨੂੰ ਮਿਲਦੀ ਹੈਗੀ ਆ, ਜ਼ਿਲ੍ਹਾ ਪੱਧਰ ਤੇ ਜਿਹੜੀਆਂ ਵਿਕਾਸ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ ਉਹ ਕਹਿ ਸਕਦੇ ਹਾਂ ਕਿ ਜ਼ਿਲ੍ਹਾ ਪਰਿਸ਼ਦ ਦੁਆਰਾ ਹੀ ਬਣਾਈਆਂ ਜਾਂਦੀਆਂ ਨੇ। ਐਂਡ ਇਹਨਾਂ ਪੰਚਾਇਤ ਸਮਿਤੀਜ਼ ਦੇ ਮਦਦ ਨਾਲ ਹੀ ਆਪਾਂ ਕੀ ਕਰਦੇ ਹਾਂ? ਪੰਚਾਇਤ ਸਮਿਤੀ ਦੇ ਮਦਦ ਨਾਲ ਹੀ ਜਿਹੜੇ ਪੈਸੇ ਦੀ ਡਿਸਟ੍ਰੀਬਿਊਸ਼ਨ ਹੈਗੀ ਆ, ਪੈਸੇ ਦੀ ਵੰਡ ਹੈਗੀ ਆ ਗ੍ਰਾਮ ਪੰਚਾਇਤਾਂ ਦੇ ਵਿੱਚ, ਉਹਦੇ ਤੇ ਵੀ ਕੰਟਰੋਲ ਰੱਖਿਆ ਜਾਂਦਾ ਕਿ ਪੈਸੇ ਦੀ ਦੁਰਵਰਤੋਂ ਨਾ ਹੋਵੇ। ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਸਾਰੀਆਂ ਗੱਲਾਂ ਧਿਆਨ ਵਿੱਚ ਰੱਖੀਆਂ ਜਾਂਦੀਆਂ ਨੇ। ਹੋਪ ਸੋ ਤੁਸੀਂ ਅੱਜ ਦੀ ਕਲਾਸ ਵਿੱਚ ਸਮਝ ਗਏ ਹੋਣੇ ਆ ਕਿ ਵਿਲੇਜ ਲੈਵਲ ਤੇ ਜਿਹੜੇ ਕੰਮ ਹੁੰਦੇ ਨੇ ਕੋਈ ਵੀ ਸਰਕਾਰੀ, ਉਹ ਕਿਸ ਤਰ੍ਹਾਂ ਕੀਤੇ ਜਾਂਦੇ ਨੇ, ਕਰਵਾਏ ਜਾਂਦੇ ਨੇ। ਐਂਡ ਇਸ ਵੀਡੀਓ ਨੂੰ ਤੁਸੀਂ 2 ਤੋਂ ਲੈ ਕੇ 3 ਵਾਰ ਵੇਖ ਲਿਓ। ਬੇਸਿਕ ਜਿਹੜੀ ਅੰਡਰਸਟੈਂਡਿੰਗ ਹੈਗੀ ਆ ਉਹ ਤੁਹਾਡੀ ਵਧੀਆ ਹੋ ਜਾਏਗੀ, ਤੁਹਾਡੀ ਬੇਸਿਕ ਅੰਡਰਸਟੈਂਡਿੰਗ ਕਲੀਅਰ ਹੋ ਜਾਏਗੀ। ਸੋ ਇਸ ਨੋਟ ਨਾਲ ਹੀ ਦਿਓ ਇਜਾਜ਼ਤ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਤੇ ਲਾਈਕ ਬਟਨ ਹੋਏਗਾ ਉਹ ਪ੍ਰੈਸ ਕਰ ਦਿਓ। ਚੈਨਲ ਤੇ ਨਵੇਂ ਹੋ, ਚੈਨਲ ਨੂੰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਬਟਨ ਤੇ ਜ਼ਰੂਰ ਕਲਿੱਕ ਕਰਕੇ ਆਪਦੇ ਦੋਸਤਾਂ ਨੂੰ ਵੀ ਸ਼ੇਅਰ ਕਰ ਦਿਓ। ਐਂਡ ਆਪਣਾ ਜਿਹੜਾ ਟੈਲੀਗ੍ਰਾਮ ਚੈਨਲ ਹੈ ਉਹਨੂੰ ਵੀ ਜੁਆਇਨ ਕਰ ਲਿਓ। ਟੈਲੀਗ੍ਰਾਮ ਚੈਨਲ ਦਾ ਨਾਮ ਹੈ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਸੋ ਦਿਓ ਇਜਾਜ਼ਤ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू ऑल।